एक आइलेट्स ही क्यों है कि इतना मशहूर होया है? इंग्लिश लैंग्वेज टेस्ट जिहड़ा आयल्स हैगा वही ग्लोब ਦਾ ਨੰਬਰ 1 ਟੈਸਟ ਹੈਗਾ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਵੀ ਆਈਡੀਪੀ ਆਈਲੈਟਸ ਦੇ ਲਈ ਕਿਵੇਂ ਐਨਰੋਲ ਕਰਨਾ ਹੈ, ਵੀ ਆਰ ਵੈਰੀ ਪ੍ਰਾਊਡ ਟੂ ਸੇ ਕਿ ਕਸਟਮਰ ਫਰਸਟ ਹੈਗਾ। whatever works for customer works for business। ਸਾਡੀ ਇਹ ਸੋਚ ਹੈਗੀ ਆ, ਅਸੀਂ ਬੜੀ ਕਸਟਮਰ ਓਰੀਐਂਟਡ ਅਪਰੋਚ ਨਾਲ ਜਾਂਦੇ ਆ। ਜਿਹੜਾ ਆਈਲੈਟਸ ਦਾ ਟੈਸਟ ਹੈ ਉਹ ਕਿਉਂ ਚੂਜ਼ ਕੀਤਾ? ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਜੋ ਸਿਰਫ ਆਇਲਸ ਨੂੰ ਹੀ ਐਕਸੈਪਟ ਕਰਦੀਆਂ ਨੇ, ਭਾਵੇਂ ਹੋਰ ਵੀ ਕਾਫੀ ਸਾਰੇ ਟੈਸਟ ਹੁੰਦੇ ਨੇ ਐਂਡ ਤਾਂ ਕਰਕੇ ਸਿਰਫ ਮੈਂ ਆਇਲਸ ਹੀ ਚੂਜ਼ ਕੀਤੀ ਹੈ। ਜਿਵੇਂ ਮੇਰੇ ਜਿੰਨੇ ਬ੍ਰਦਰ ਸਿਸਟਰ ਜਾਂ ਪਹਿਲਾਂ ਦੇ ਗਏ ਹੋਏ ਹੈ ਉਹਨਾਂ ਸਭ ਨੇ ਨਾ ਆਇਲਸ ਦਾ ਐਗਜ਼ਾਮ ਦਿੱਤਾ ਸੀਗਾ ਤੇ ਇੱਕ ਟਾਈਪ ਦਾ ਜਿਵੇਂ ਕੰਪੀਟੀਸ਼ਨ ਜਾਂ ਨਹੀਂ ਹੋ ਜਾਂਦਾ ਹੈਗਾ ਸਰ ਕਿ ਮੈਂ ਆਪਣੇ ਬ੍ਰਦਰ ਸਿਸਟਰ ਤੋਂ ਜ਼ਿਆਦਾ ਬੈਂਡ ਲੈਣੇ ਆ, ਤਾਂ ਇਸ ਕਰਕੇ ਵੀ ਮੈਂ ਆਇਲਸ ਦਾ ਐਗਜ਼ਾਮ ਦਿੱਤਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਪ੍ਰੀਤ ਸਿੰਘ ਦਰਦੀ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ। ਅੱਜ ਇਹ ਖਾਸ ਪ੍ਰੋਗਰਾਮ ਅਸੀਂ ਆਪ ਜੀ ਕੋਲ ਲੈ ਕੇ ਆ ਰਹੇ ਹਾਂ ਅੰਗਰੇਜ਼ੀ ਭਾਸ਼ਾ ਸੰਬੰਧੀ, ਇੰਗਲਿਸ਼ ਭਾਸ਼ਾ ਸੰਬੰਧੀ, ਕਿਉਂਕਿ ਮੇਰੇ ਵੀਰ ਜਾਂ ਮੇਰੇ ਦਰਸ਼ਕ ਜੋ ਆਪਣੇ ਘਰਾਂ 'ਚ ਬੈਠੇ ਪ੍ਰੋਗਰਾਮ ਦੇਖ ਰਹੇ ਹਨ ਤੇ ਖਾਸ ਤੌਰ ਤੇ ਪਿੰਡਾਂ 'ਚ ਬੈਠੇ ਜਿਹੜੇ ਸਾਡੇ ਦਰਸ਼ਕ ਹਨ, ਜਦੋਂ ਇਹ ਪ੍ਰੋਗਰਾਮ ਦੇਖਦੇ ਹਨ ਉਹਨਾਂ ਨੂੰ ਜੋ ਜਾਣਕਾਰੀ ਮਿਲਦੀ ਹੈ ਉਹ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ। ਤੇ ਇਹ ਪ੍ਰੋਗਰਾਮ ਅੱਜ ਅਸੀਂ ਅੰਗਰੇਜ਼ੀ ਦੇ ਉੱਤੇ ਖਾਸ ਰੱਖਿਆ ਹੈ, ਇੰਗਲਿਸ਼ ਦੇ ਉੱਤੇ, ਕਿਉਂਕਿ ਇੰਗਲਿਸ਼ ਦਾ ਜੋ ਕਮਿਊਨੀਕੇਸ਼ਨ ਹੈ, ਜੇ ਅਸੀਂ ਕਿਧਰੇ ਬਾਹਰ ਜਾਣਾ ਹੈ ਉਹ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ ਕਿ ਸਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ, ਸਮਝਣੀ ਤੇ ਬੋਲਣੀ। ਤੇ ਖਾਸ ਕਰ ਜਿਹੜੇ ਸਟੂਡੈਂਟ ਬਾਹਰ ਪੜ੍ਹਨ ਜਾਂਦੇ ਹਨ ਕਿਸੇ ਵੀ ਦੇਸ਼ ਦੇ ਵਿੱਚ, ਭਾਵੇਂ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, US ਹੈ, ਕੈਨੇਡਾ ਹੈ, ਜੋ ਅੰਗਰੇਜ਼ੀ ਬੋਲਦੇ ਦੇਸ਼ ਹਨ ਤੇ ਉਹਨਾਂ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਹਨਾਂ ਨੂੰ ਅੰਗਰੇਜ਼ੀ ਬੋਲਣੀ, ਲਿਖਣੀ ਅਤੇ ਸਮਝਣੀ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ, ਤਾਂ ਜੋ ਉਹ ਜਦੋਂ ਉਸ ਦੇਸ਼ ਦੇ ਵਿੱਚ ਘੁੰਮਣ ਫਿਰਨ ਲਈ ਜਾਂ ਪੜ੍ਹਨ ਲਈ ਜਾਂ ਸੈਟਲ ਹੋਣ ਲਈ ਜਾਂਦੇ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਉਸ ਸੰਸਥਾ ਦਾ ਜਿਨ੍ਹਾਂ ਨੇ ਸੰਸਾਰ ਭਰ ਦੇ ਵਿੱਚ ਅੰਗਰੇਜ਼ੀ ਪੜ੍ਹਾਉਣ ਲਈ ਜਾਂ ਅੰਗਰੇਜ਼ੀ ਦੀ ਤਿਆਰੀ ਕਰਾਉਣ ਲਈ ਇੱਕ ਮਿਆਰ ਸਥਾਪਿਤ ਕਰ ਦਿੱਤਾ ਹੈ। ਮਿਆਰ ਮਤਲਬ ਸਟੈਂਡਰਡਸ ਬਣਾ ਦਿੱਤੇ ਹਨ ਜਿਨ੍ਹਾਂ ਨੂੰ ਪਾਸ ਕਰਕੇ ਜੋ ਵਿਦਿਆਰਥੀ ਹਨ ਜਾਂ ਜਿਹੜੇ ਬਾਹਰ ਜਾ ਕੇ ਸੈਟਲ ਹੋਣ ਲਈ ਇਮੀਗ੍ਰੈਂਟ ਹਨ ਉਹਨਾਂ ਨੂੰ ਜਦੋਂ ਉਹ ਐਗਜ਼ਾਮ ਕਲੀਅਰ ਕਰਦੇ ਹਨ, ਉਹ ਸਟੈਂਡਰਡ ਪੂਰੇ ਕਰਦੇ ਹਨ ਤੇ ਉਹ ਕਾਬਲ ਹੋ ਜਾਂਦੇ ਹਨ, ਐਲੀਜੀਬਲ ਹੋ ਜਾਂਦੇ ਹਨ ਕੈਨੇਡਾ ਵਰਗੇ ਦੇਸ਼, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਯੂਰਪ ਦੇ ਜਿਹੜੇ UK ਵਗੈਰਾ ਪੜ੍ਹਨ ਜਾਂਦੇ ਹਨ ਬੱਚੇ, ਉੱਥੇ ਪੜ੍ਹਾਈ ਵਾਸਤੇ ਜਾਂ ਇਮੀਗ੍ਰੇਸ਼ਨ ਵਾਸਤੇ। ਨਿੱਘਾ ਸਵਾਗਤ ਹੈ ਸਰਦਾਰ ਇੰਦਰਪ੍ਰੀਤ ਸਿੰਘ ਜੀ ਜੋ ਐਸੋਸੀਏਟ ਡਾਇਰੈਕਟਰ ਹਨ IELTS ਆਪਰੇਸ਼ਨਸ ਨਾਰਥ ਇੰਡੀਆ ਤੇ IELTS ਐਡਮਿਨਿਸਟ੍ਰੇਟਰ ਨੇ ਇੰਡੀਆ ਦੇ IDP ਵੱਲੋਂ। ਨਿੱਘਾ ਸਵਾਗਤ ਹੈ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਦੇ ਵਿੱਚ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਇੰਦਰਪ੍ਰੀਤ ਸਿੰਘ ਜੀ ਉਸ ਸੰਸਥਾ ਦੇ ਡਾਇਰੈਕਟਰ ਨੇ IDP ਜੋ ਭਾਰਤ ਦੇ ਵਿੱਚ ਆਈਲੈਟਸ ਦੇ ਜਿਹੜੇ ਐਗਜ਼ਾਮ ਹੁੰਦੇ ਹਨ IELTS ਦੇ, ਜਿਨ੍ਹਾਂ ਨੂੰ ਪਾਸ ਕਰਕੇ ਬੱਚਾ ਜਾਂ ਉਹ ਐਸਪੀਰੈਂਟ ਜਿਹੜਾ ਵਰਕ ਪਰਮਿਟ ਜਾਂ ਇਮੀਗ੍ਰੇਸ਼ਨ ਲਈ ਇਹਨਾਂ ਬਾਹਰਲੀਆਂ ਕੰਟਰੀਆਂ ਵਿੱਚ ਜਾਂਦਾ ਹੈ, ਜਿਵੇਂ ਮੈਂ ਪਹਿਲੇ ਗੱਲਬਾਤ ਕਰ ਚੁੱਕਾ। ਸਿੱਧਾ ਸਵਾਲ ਤੇ ਹਾਂ ਸਰਦਾਰ ਇੰਦਰਪ੍ਰੀਤ ਸਿੰਘ ਜੀ, ਅੰਗਰੇਜ਼ੀ ਦਾ ਜਿਹੜਾ ਇਹ ਟੈਸਟ ਹੈ IELTS ਬੱਚਿਆਂ ਨੂੰ ਕਈ ਵਾਰ ਲੱਗਦਾ ਹੈ ਕਿ ਮੁਸ਼ਕਿਲਾਤ ਹੈ, ਮੈਂ ਅੰਗਰੇਜ਼ੀ ਦਾ ਟੈਸਟ ਨਹੀਂ ਪਾਸ ਕਰ ਸਕਦਾ। ਪਰ ਮੈਂ ਸਵਾਲ ਪਹਿਲੇ ਇਹੀ ਪੁੱਛਾਂਗਾ ਵੀ ਇਹ ਜਿਹੜਾ ਇੰਗਲਿਸ਼ ਲੈਂਗੁਏਜ ਟੈਸਟ ਹੈ ਜੀ, ਇਹ ਜਿਹੜਾ ਐਸਪੀਰੈਂਟ ਹੈ ਭਾਵੇਂ ਉਹ ਸਟੂਡੈਂਟ ਤੌਰ ਤੇ ਵਰਕ ਪਰਮਿਟ ਲਈ ਜਾਂ ਇਮੀਗ੍ਰੇਸ਼ਨ ਲਈ ਬਾਹਰ ਜਾਣਾ ਚਾਹੁੰਦਾ ਹੈ, ਉਹਦੇ ਲਈ ਕਿਉਂ ਲਾਜ਼ਮੀ? ਥੈਂਕ ਯੂ ਸੋ ਮਚ ਸਰ। ਤੁਸੀਂ ਪਹਿਲਾਂ ਹੀ ਜਦੋਂ ਇੰਟਰੋਡਕਸ਼ਨ ਦਿੱਤਾ ਬਹੁਤ ਤੁਸੀਂ ਸਾਫ਼ ਤਰੀਕੇ ਨਾਲ ਇਹਨੂੰ ਕਲੀਅਰ ਕਰਤਾ ਹੈਗਾ ਕਿ ਜਿਹੜਾ ਇੰਗਲਿਸ਼ ਸਪੀਕਿੰਗ ਕੰਟਰੀ ਹੈਗੀ ਆ ਉੱਥੇ ਜਿਹੜੀ ਪ੍ਰਾਇਮਰੀ ਲੈਂਗੁਏਜ ਹੈਗੀ ਹੈ ਉਹ ਇੰਗਲਿਸ਼ ਹੈਗੀ ਆ।
ਅਸੀਂ ਬਾਹਰ ਜਾ ਕੇ ਜਦੋਂ ਕਮਿਊਨੀਕੇਟ ਕਰਨੀ ਹੈ, ਐਜੂਕੇਸ਼ਨ ਲੈਣੀ ਹੈ, ਜਾਂ ਆਪਾਂ ਕੋਈ ਵਰਕ ਕਰਨਾ ਹੈ, ਜਾਂ ਆਪਾਂ ਕੋਈ ਕਿਸੇ ਵੀ ਸੈਕਟਰ ਦੇ ਕੰਮ ਕਰਨੇ ਹੈ, ਕੱਲ੍ਹ ਆਪਾਂ PR ਲੈਣੀ ਹੈਗੀ ਆ, ਇਹ ਇੰਗਲਿਸ਼ ਸਪੀਕਿੰਗ ਕੰਟਰੀਆਂ 'ਚ ਸਾਨੂੰ ਇੰਗਲਿਸ਼ ਦੀ ਬਹੁਤ ਲੋੜ ਪੈਂਦੀ ਹੈ। ਤੇ ਜਿਹੜਾ IELTS ਹੈਗਾ ਇਹ ਟਰੂ ਟੈਸਟ ਹੈਗਾ ਜਿਹੜਾ ਹਰੇਕ ਬੱਚੇ ਦੀ ਜਿਹੜੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਹੈ ਉਹਨੂੰ ਰਿਫਲੈਕਟ ਕਰਦਾ ਹੈਗਾ, ਤਾਂ ਕਿ ਇਹ ਬੱਚੇ IELTS ਕਲੀਅਰ ਕਰਕੇ ਉਨ ਕੰਟਰੀ ਜਾਣ ਸਕੇ। ਇਸ ਲਈ ਇੰਗਲਿਸ਼ ਲੈਂਗੁਏਜ ਟੈਸਟ ਦੀ ਨਾ ਸਿਰਫ ਬਹੁਤ ਵੱਡੀ ਇੰਪੋਰਟੈਂਸ ਹੈਗੀ ਹੈ, ਬਲਕਿ ਇਹ ਪ੍ਰੀ ਰੈਕੁਇਜ਼ਿਟ ਹੈਗੀ ਹੈ। ਨਹੀਂ, ਇੱਕ ਤਰ੍ਹਾਂ ਨਾਲ ਚਲੋ ਪ੍ਰੀ ਰੈਕੁਇਜ਼ਿਟ ਤਾਂ ਹੈਗਾ, ਪਰ ਬੱਚੇ ਨੂੰ ਇੱਕ ਤਰ੍ਹਾਂ ਨਾਲ ਹੌਸਲਾ ਵੀ ਹੋ ਜਾਂਦਾ ਵੀ ਹਾਂਜੀ ਉਹ ਅੰਗਰੇਜ਼ੀ ਬੋਲ ਸਕਦਾ ਹੈ, ਪੜ੍ਹ ਸਕਦਾ ਹੈ, ਸਮਝ ਸਕਦਾ ਹੈ, ਜਦੋਂ ਇਹ ਟੈਸਟ ਦੇ ਦਿੰਦਾ ਵੀ ਇੱਕ ਮਿਆਰ ਤੇ ਮੈਂ ਪਹੁੰਚ ਗਿਆ। ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ। ਤਾਂ ਹੀ ਸਰ ਜਿਹੜੀ ਇੰਗਲਿਸ਼ ਸਪੀਕਿੰਗ ਕੰਟਰੀਜ਼ ਹੈਗੀਆਂ ਨੇ, ਜਿਵੇਂ ਤੁਸੀਂ ਕਿਹਾ ਕੈਨੇਡਾ ਹੈ, ਆਸਟ੍ਰੇਲੀਆ ਹੈ, ਦ UK ਹੈ, USA ਹੈ, ਆਪਣਾ ਨਿਊਜ਼ੀਲੈਂਡ ਹੈ, ਆਇਰਲੈਂਡ ਜਾਂ ਯੂਰਪ ਹੈਗਾ ਜੀ, ਇਹ ਸਭ ਸਰ ਇੱਕ ਇੰਗਲਿਸ਼ ਲੈਂਗੁਏਜ ਟੈਸਟ ਨੂੰ ਇਸ ਲਈ ਦੇਖਦੇ ਨੇ ਕਿਉਂਕਿ ਜਿਹੜੇ ਬੱਚੇ ਨੇ ਬਾਹਰ ਪੜ੍ਹਨ ਜਾਣਾ ਹੈਗਾ ਉਹ ਚਾਹੁੰਦੇ ਨੇ ਕਿ ਉਹ ਟੈਸਟ ਦੇ ਕੇ ਇਹ ਇਨਸ਼ੋਰ ਕਰ ਲੈਣ ਕਿ ਜਦੋਂ ਬੱਚਾ ਸਾਡੇ ਕੋਲ ਪੜ੍ਹਨ ਆਏਗਾ ਤਾਂ ਉਹ ਸਮਝ ਕੇ ਆਪਣੀ ਜਿਹੜੀ ਉਹਨਾਂ ਦੀ ਡ੍ਰੀਮ ਹੈਗੀ ਹੈ ਅਕੈਡਮਿਕ ਸਟੱਡੀ ਨੂੰ ਪੂਰਾ ਕਰਨ ਵਾਸਤੇ ਉਹ ਪੂਰਾ ਕਰ ਲੈਣ। ਜਾਂ ਜਿਹੜੇ ਦੂਜੇ ਬੱਚੇ ਹੈਗੇ ਜਿਨ੍ਹਾਂ ਨੇ ਵਰਕ ਜਾਂ ਇਮੀਗ੍ਰੇਸ਼ਨ ਕਰਨਾ ਹੈਗਾ ਉਹਨਾਂ ਵਾਸਤੇ ਵੀ ਇੰਗਲਿਸ਼ ਲੈਂਗੁਏਜ ਦਾ ਇਹ ਜਿਹੜੀ ਮਿਆਰ ਪਾਰ ਕਰਨੀ ਹੈਗੀ ਆ, ਉਹ ਇਸ ਲਈ ਵਾਸਤੇ ਉਹ ਚਾਹੁੰਦੇ ਨੇ ਕਿ ਜਦੋਂ ਬੰਦਾ ਇੱਥੇ ਆਵੇ ਉਹ ਠੀਕ ਤਰ੍ਹਾਂ ਇਫੈਕਟਿਵ ਵੇ ਨਾਲ ਕਮਿਊਨੀਕੇਟ ਕਰ ਪਾਵੇ। ਭਾਰਤ ਦੇ ਵਿੱਚ ਖਾਸ ਤੌਰ ਤੇ ਮੈਂ ਗੱਲ ਕਰਾਂਗਾ ਕਿ IELTS ਦਾ ਜਿਹੜਾ ਟੈਸਟ ਹੈ ਉਹ ਬਹੁਤ ਮਸ਼ਹੂਰ ਹੈ। ਹਰ ਇੱਕ ਕਿਧਰੇ ਵੀ ਅਸੀਂ ਜਾਂਦੇ ਹਾਂ ਜਾਂ ਕਿਸੇ ਕੰਸਲਟੈਂਟ ਕੋਲ ਵੀ ਚਲੇ ਜਾਂਦੇ ਹਾਂ ਜਾਂ ਅਸੀਂ ਕਿਸੇ ਵੀਜ਼ੇ ਲਈ ਵੀ ਅਪਲਾਈ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਹੈ ਹਾਂਜੀ IELTS ਦਿੱਤਾ ਕਿ ਨਹੀਂ ਦਿੱਤਾ ਜੀ, ਕਿੰਨੇ ਤੁਹਾਡੇ ਪੁਆਇੰਟਸ ਆਏ ਨੇ, ਕਿੰਨੇ ਬੈਂਡਸ ਆਏ ਨੇ। ਤੇ ਜਿਹੜਾ ਇੰਗਲਿਸ਼ ਲੈਂਗੁਏਜ ਦਾ ਇਹ ਟੈਸਟ ਜਿਹੜਾ ਹੈਗਾ, ਕਿਉਂਕਿ ਹੋਰ ਵੀ ਟੈਸਟ ਚੱਲ ਰਹੇ ਨੇ, PTE ਵੀ ਆਪਾਂ ਸੁਣਦੇ ਹਾਂ, TOEFL ਵੀ ਹੈ, SELPIP ਵੀ ਹੈ, ਇੱਕ IELTS ਹੀ ਕਿਉਂ ਹੈ ਕਿ ਉਹ ਇਤਨਾ ਮਸ਼ਹੂਰ ਹੋਇਆ ਹੈ ਜਾਂ ਇਤਨੀ ਉਹਨੂੰ ਇੰਪੋਰਟੈਂਸ ਦਿੱਤੀ ਜਾਂਦੀ? ਇੰਗਲਿਸ਼ ਲੈਂਗੁਏਜ ਟੈਸਟ ਜਿਹੜਾ IELTS ਹੈਗਾ ਉਹ ਇਹ ਗਲੋਬ ਦਾ ਨੰਬਰ 1 ਟੈਸਟ ਹੈਗਾ ਤੇ ਇਸ ਦੇ ਕਈ ਕਾਰਨ ਹੈਗੇ ਨੇ। ਦ ਫਰਸਟ ਐਂਡ ਜਿਹੜਾ ਆਪਾਂ ਕਹਿੰਦੇ ਨਾ ਪ੍ਰੋਮੀਨੈਂਟ ਰੀਜ਼ਨ ਹੈਗਾ ਇਹਦੀ ਅਸੈਪਟੇਬਿਲਿਟੀ 140 ਦੇਸ਼ਾਂ 'ਚ ਮੋਰ ਦੈਨ 11,000 ਆਰਗੇਨਾਈਜੇਸ਼ਨ ਦੀ ਹੈਗੀ ਆ। ਤੇ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੇ ਨੇ ਸਰ, ਇਹ ਆਰਗੇਨਾਈਜੇਸ਼ਨ ਹੈਗੇ ਨੇ ਆਪਣੇ ਜਿਵੇਂ ਯੂਨੀਵਰਸਿਟੀਜ਼ ਹੋ ਗਏ, ਕਾਲਜ ਹੋ ਗਏ, ਟ੍ਰੇਨਿੰਗ ਇੰਸਟੀਟਿਊਟਸ ਹੋ ਗਏ, ਗਵਰਨਮੈਂਟ ਬੋਡੀਜ਼ ਹੋ ਗਈ, ਤੁਹਾਡੇ ਆਪਣੇ ਪ੍ਰੋਫੈਸ਼ਨਲ ਬੋਡੀਜ਼ ਹੋ ਗਈ, ਕਾਰਪੋਰੇਟ ਸੈਕਟਰ ਹੋ ਗਏ, ਇਹ ਸਭ ਇਹਨਾਂ ਨੂੰ ਗਲੋਬਲੀ ਰੈਕੋਗਨਾਈਜ਼ ਕਰਦੇ ਹੈਗੇ ਆ। ਇਹ ਤਾਂ ਆਪਣਾ ਇੱਕ ਪਾਰਟ ਹੋ ਗਿਆ। ਸੈਕੰਡ ਪਾਰਟ ਜਿਹੜੇ ਤੁਸੀਂ ਫਿਗਰ ਦੀ ਗੱਲ ਕਰੀਏ, IELTS ਜਿਹੜਾ ਹੈਗਾ 1989 ਤੋਂ ਟੈਸਟਿੰਗ ਕਰ ਰਿਹਾ ਹੈਗਾ ਤੇ ਤੁਸੀਂ ਬਿਲੀਵ ਨਹੀਂ ਕਰੋਗੇ 30 ਮਿਲੀਅਨ ਬੱਚਿਆਂ ਨੇ ਜੀ ਅੱਜ ਤੱਕ ਪੇਪਰ ਦਿੱਤਾ ਹੈਗਾ। ਕਰੰਟ ਡੇਟ ਤੇ ਵੀ ਜੇ ਤੁਸੀਂ ਦੇਖਿਆ ਜਾਏ ਤਾਂ 60,000 ਬੱਚਾ ਹਰ ਹਫਤੇ ਪੇਪਰ ਦਿੰਦਾ ਹੈਗਾ। ਤੇ ਇਹਦਾ ਦੂਜਾ ਕਾਰਨ ਜਿਹੜਾ ਹੈਗਾ ਉਹ ਇਹ ਹੈਗਾ ਜਿਹੜਾ IELTS ਹੈਗਾ ਇਹ ਬਹੁਤ ਹੀ ਬੈਲੈਂਸਡ ਵੇ ਨਾਲ ਬਣਾਇਆ ਗਿਆ ਹੈ, ਜਿਸ ਵਿੱਚ ਅਸੀਂ 4 ਸਕਿੱਲ ਜਿਹੜੇ ਹੈਗੇ ਨੇ ਆਪਣੇ ਇੰਗਲਿਸ਼ ਦੇ, ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ, ਉਹਨਾਂ ਨੂੰ ਅਸੀਂ ਇਵੈਲੂਏਟ ਕਰਕੇ ਇੱਕ ਬੱਚੇ ਦਾ ਸਹੀ ਮਾਪਦੰਡ ਦਿੰਦੇ ਹਾਂ ਕਿ ਇਹ ਬੱਚੇ ਦੀ ਜਿਹੜੀ ਲੈਂਗੁਏਜ ਹੈਗੀ ਹੈ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਕਿਸ ਲੈਵਲ ਦੀ ਹੈਗੀ ਹੈ, ਤਾਂ ਕਿ ਉਹ ਉਹਨੂੰ ਹੈਲਪ ਕਰੇ ਅੱਗੇ ਆਪਣੀ ਡ੍ਰੀਮ ਨੂੰ ਜਾਂ ਕਰੀਅਰ ਨੂੰ ਬਣਾਉਣ ਵਾਸਤੇ। IELTS ਦੇ ਵਿੱਚ ਜਿਹੜਾ 2 ਤਰ੍ਹਾਂ ਦੇ ਟੈਸਟ ਹੈਗੇ ਸਾਡੇ ਮੋਡਿਊਲ, ਇੱਕ ਹੈਗਾ ਅਕੈਡਮਿਕ ਤੇ ਇੱਕ ਹੈ ਜਨਰਲ ਟ੍ਰੇਨਿੰਗ। ਅਸੀਂ ਦੋਨਾਂ ਵਾਸਤੇ ਬਣਾਇਆ ਹੈਗਾ। ਜੇ ਕਿਸੇ ਬੱਚੇ ਨੇ ਬਾਹਰ ਪੜ੍ਹਨ ਜਾਣਾ ਹੈਗਾ, ਸਟੱਡੀ ਅਬਰੋਡ ਕਰਨੀ ਹੈਗਾ ਤਾਂ ਅਕੈਡਮਿਕ ਦੇਣ, ਜਿਨ੍ਹਾਂ ਨੇ ਵਰਕ ਜਾਂ ਇਮੀਗ੍ਰੇਟ ਕਰਨਾ ਹੈਗਾ ਤਾਂ ਉਹ ਜਨਰਲ ਟ੍ਰੇਨਿੰਗ ਦਿੰਦੇ ਆ। ਆਪਣੇ ਆਪਣੀ ਲੋੜਮੰਦ ਦੇ ਹਿਸਾਬ ਨਾਲ ਉਹ ਦੇ ਸਕਦੇ ਨੇ। ਜਿਹੜਾ ਹਿਊਮਨ ਟੱਚ ਹੈਗਾ, ਕਿਉਂਕਿ ਕਮਿਊਨੀਕੇਸ਼ਨ ਕੀ ਹੈ, ਕਮਿਊਨੀਕੇਸ਼ਨ ਇਜ਼ ਦੀ ਐਬਿਲਿਟੀ ਟੂ ਐਕਸਪ੍ਰੈਸ ਟਰੂ ਟੂ ਅਦਰ ਹਿਊਮਨ ਬੀਇੰਗ। ਬਿਲਕੁਲ ਜੀ, ਇਹ ਕਮਿਊਨੀਕੇਸ਼ਨ ਦੀ ਹੈਗੀ ਹੈ। ਤੇ ਕਮਿਊਨੀਕੇਟ ਕਰਨ ਵਾਸਤੇ ਜਿਹੜਾ ਆਪਣਾ ਹਿਊਮਨ ਟੱਚ ਹੈਗਾ ਉਹ IDP ਨੇ ਬਰਕਰਾਰ ਰੱਖਿਆ ਹੈਗਾ। IDP ਕਹਿੰਦੀ ਹੈ ਕਿ ਜਿਹੜੇ ਬੱਚੇ ਨੇ ਰੀਅਲ ਲਾਈਫ ਸਿਚੁਏਸ਼ਨ 'ਚ ਜਿਹੜੀ ਗੱਲਬਾਤ ਕਰਨੀ ਹੈਗੀ ਆ ਜੀ, ਉਹਨਾਂ ਨੂੰ ਸਾਡੇ ਜਿਹੜੇ ਟ੍ਰੇਨਡ, ਸਰਟੀਫਾਈਡ ਤੇ ਐਕਸਪੀਰੀਅੰਸ ਐਗਜ਼ਾਮੀਨਰ ਹੈਗੇ ਨੇ, ਬੜੇ ਲਰਨਡ ਹੈਗੇ ਨੇ, ਉਹ ਰੀਅਲ ਲਾਈਫ ਸਿਚੁਏਸ਼ਨ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਹੈਗੇ ਨੇ। ਮੈਂ ਤੁਹਾਨੂੰ ਇੱਕ ਇੱਥੇ ਐਗਜ਼ਾਮਪਲ ਦਊਂਗਾ। ਜਦੋਂ ਆਪਣਾ ਇਹ ਹਿਊਮਨ ਟੱਚ ਦੇ ਉੱਤੇ ਜਦੋਂ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਸਾਨੂੰ ਕੋਈ ਤਕਲੀਫ ਹੁੰਦੀ ਹੈ ਜੀ, ਤੇ ਅਸੀਂ ਡਾਕਟਰ ਨੂੰ ਜਾ ਕੇ ਮਿਲਦੇ ਹਾਂ ਤੇ ਉਹਨੂੰ ਦੱਸਦੇ ਆ ਕਿ ਮੇਰੀ ਤਕਲੀਫ ਕਿੱਥੇ ਹੈ, ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕੀ ਖਾਣ ਤੋਂ ਹੁੰਦੀ ਹੈ, ਕੀ ਕਰਨ ਤੋਂ ਹੁੰਦੀ ਹੈ ਜੀ। ਤੇ ਉਹ ਦੇਖੋ ਇਹ ਕਮਿਊਨੀਕੇਸ਼ਨ ਹੈਗਾ। ਉਹ ਡਾਕਟਰ ਕੀ ਕਰਦਾ ਹੈਗਾ, ਇਹਨੂੰ ਸਮਝਦਾ ਹੈਗਾ ਤਾਂ ਕਿ ਉਹ ਰਾਈਟ ਸਿਚੁਏਸ਼ਨ ਦੇ ਕੋਲੇ ਪਹੁੰਚ ਜਾਵੇ ਕਿ ਮਰੀਜ਼ ਨੂੰ ਕੀ ਉਹਦੀ ਤਕਲੀਫ ਹੈਗੀ ਹੈ, ਚੰਗੀ ਤਰ੍ਹਾਂ ਡਾਇਗਨੋਸ ਕਰੇ। ਤੇ ਉਹਦੇ ਕੁਝ ਫਾਲੋਅਪ ਸਵਾਲ ਹੁੰਦੇ ਨੇ,
ਫਾਲੋਅਪ ਸਵਾਲ ਦੇ ਬਾਅਦ ਉਹ ਡਾਇਗਨੋਸ ਪ੍ਰੋਪਰ ਕਰਕੇ ਉਹਨੂੰ ਦਵਾਈ ਦੇ ਕੇ ਠੀਕ ਕਰਦਾ ਹੈ। ਉਸੇ ਤਰੀਕੇ ਨਾਲ ਜਿਹੜੀ ਸਾਡੀ ਹਿਊਮਨ ਟੱਚ ਹੈਗਾ, ਅੱਜ ਦੀ ਡੇਟ 'ਤੇ ਤੁਸੀਂ ਦੇਖਿਆ ਹੋਣਾ ਸਰ, ਟੈਕਨੋਲੋਜੀ ਬਹੁਤ ਵੱਡਾ ਰੋਲ ਨਿਭਾ ਰਹੀ ਹੈਗੀ ਹੈ। ਅਸੀਂ ਵੀ ਟੈਕਨੋਲੋਜੀ ਲੈ ਕੇ ਆਉਂਦੇ ਹਾਂ, ਲੇਕਿਨ ਅਸੀਂ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਤੇ ਅਸੀਂ ਹਿਊਮਨ ਟੱਚ ਨੂੰ ਰਿਪਲੇਸ ਨਹੀਂ ਕਰ ਰਹੇ, ਅਸੀਂ ਹਿਊਮਨ ਟੱਚ ਨੂੰ ਐਨਹਾਂਸ ਕਰ ਰਹੇ ਹੈਗੇ ਹਾਂ। ਇਸ ਲਈ ਸਾਡੇ ਜਿਹੜੇ ਸਪੀਕਿੰਗ ਐਗਜ਼ਾਮਨਰ ਹੁੰਦੇ ਨੇ ਉਹ ਬੱਚਿਆਂ ਨਾਲ ਜਦੋਂ ਇੰਟਰੈਕਸ਼ਨ ਕਰਦੇ ਨੇ ਉਹ ਉਹਨਾਂ ਨੂੰ ਸਹੀ ਇਵੈਲੂਏਟ ਕਰਨ ਵਾਸਤੇ ਕੁਝ ਸਵਾਲ ਕਰਦੇ ਨੇ ਤੇ ਨਾਲ ਨਾਲ ਚੈੱਕ ਕਰਦੇ ਨੇ ਕਿ ਇਹਨਾਂ ਦੀ ਫਲੂਐਂਸੀ, ਇਹਨਾਂ ਦੀ ਪ੍ਰੋਨੰਸੀਏਸ਼ਨ, ਇਹਨਾਂ ਦੀ ਕੋਹਰੈਂਸੀ, ਗ੍ਰਾਮਰ ਸਭ ਠੀਕ ਹੈ ਕਿ ਨਹੀਂ ਹੈ। ਸਿਮਿਲਰਲੀ ਰਾਈਟਿੰਗ ਐਗਜ਼ਾਮਨਰ ਜਿਹੜੇ ਸਾਡੇ ਹੈਗੇ ਨੇ ਉਹ ਰਾਈਟਿੰਗ ਐਗਜ਼ਾਮਨਰ ਵੀ ਉਹਨਾਂ ਨੂੰ ਚੈੱਕ ਕਰਦੇ ਨੇ ਕਿ ਇਹਨਾਂ ਨੇ ਆਪਣਾ ਜਿਹੜਾ ਆਈਡੀਆ ਹੈਗਾ ਉਹ ਕਿਵੇਂ ਉਹਨਾਂ ਨੇ ਆਰਟੀਕੂਲੇਟ ਕੀਤਾ ਹੈਗਾ, ਉਹ ਉਹਨਾਂ ਨੇ ਰੇਂਜ ਆਫ ਵੋਕੈਬਲਰੀ ਯੂਜ਼ ਕੀਤੀ ਕਿ ਨਹੀਂ ਕੀਤੀ, ਗ੍ਰਾਮਰ ਕੀਤੀ ਨਹੀਂ ਕੀਤੀ, ਤੇ ਉਹਨਾਂ ਨੇ ਜਿਹੜਾ ਟਾਸਕ ਅਚੀਵਮੈਂਟ ਕੀਤਾ ਕਿ ਨਹੀਂ ਕੀਤਾ ਜੀ। ਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹੂੰਗਾ, ਜਦੋਂ ਅਸੀਂ ਸਰ ਸਾਨੂੰ ਬਹੁਤ ਮੌਕਾ ਮਿਲਦਾ ਹੈਗਾ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਅਸੀਂ ਨਾ ਸਟੂਡੈਂਟ ਨਾਲ ਇੰਟਰੈਕਟ ਕਰਦੇ ਹੈਗੇ ਜੀ, ਤੇ ਜਿਨ੍ਹਾਂ ਨੇ ਆਇਲਸ ਕਲੀਅਰ ਚੁੱਕੇ ਹੈਗੇ ਨੇ, ਜੇ ਉਹ ਕੈਨੇਡਾ ਬੈਠੇ ਨੇ, US ਬੈਠੇ ਨੇ, ਆਸਟ੍ਰੇਲੀਆ ਬੈਠੇ ਨੇ, ਉਹ ਸਾਨੂੰ ਲੱਖਾਂ ਹੀ ਟੈਸਟੀਮੋਨੀਅਲ ਭੇਜ ਰਹੇ ਹੈਗੇ ਨੇ। ਵਾਹ ਜੀ ਵਾਹ। ਉਹ ਟੈਸਟੀਮੋਨੀਅਲ ਭੇਜ ਰਹੇ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ ਦੱਸੋ ਜੀ ਤੁਹਾਨੂੰ ਆਇਲਸ ਐਜ਼ ਐਨ ਇੰਗਲਿਸ਼ ਟੈਸਟ ਨੇ ਕੀ ਦਿੱਤਾ, ਉਹ ਕਹਿੰਦੇ ਸਰ ਤੁਸੀਂ ਨਾ ਸਿਰਫ ਇਹਨੂੰ ਆਇਲਸ ਨੂੰ ਇੱਕ ਇੰਗਲਿਸ਼ ਟੈਸਟ ਨਾ ਸਮਝੋ। ਬਿਲਕੁਲ। ਉਹ ਕਹਿੰਦੇ ਇਹ ਸਾਡਾ ਟੈਸਟ ਫॉर ਕਰੀਅਰ ਹੈ। ਬਿਲਕੁਲ। ਇਹ ਸਾਡਾ ਟੈਸਟ, ਇਸ ਟੈਸਟ ਨੇ ਸਾਡੀ ਲਾਈਫ ਬਣਾਈ ਹੈ, ਇਸ ਟੈਸਟ ਨੇ ਸਾਡਾ ਫਿਊਚਰ ਬਣਾਇਆ ਹੈ। ਤੇ ਉਹ ਕਹਿੰਦੇ ਨੇ ਕਿ ਉਹ ਬੜੇ ਪ੍ਰਾਊਡਲੀ ਆਇਲਸ ਦਾ ਸਰਟੀਫਿਕੇਟ ਸ਼ੋ ਕਰਦੇ ਨੇ ਐਜ਼ ਅ ਬੈਜ ਆਫ ਆਨਰ। ਉਹ ਕਹਿੰਦੇ ਸਾਡਾ ਬੈਜ ਹੈਗਾ ਆਨਰ ਵਾਸਤੇ। ਤੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਫਾਈਲ ਲਾਉਂਦੇ ਆ ਜਿੱਥੇ ਵਿੱਚ ਆਇਲਸ ਦਾ ਸਕੋਰ ਲੱਗਿਆ ਹੋਵੇ, ਇਹ ਸਾਨੂੰ ਸਟੈਂਡ ਆਊਟ ਕਰਦਾ ਹੈ ਫਰੋਮ ਦਾ ਰੈਸਟ। ਬਿਲਕੁਲ ਬਿਲਕੁਲ। ਤੇ ਇਹ ਬਹੁਤ ਵੱਡਾ ਹੀ ਉਹ ਹੈ। ਉਹ ਕਹਿੰਦੇ ਇਹ ਸਟੈਪਿੰਗ ਸਟੋਨ ਹੈਗਾ ਸਕਸੈਸ ਦਾ। ਤੇ ਇਹ ਕਿਉਂ ਟਰਸਟ ਕਰਦੇ ਨੇ, ਜਿੰਨੇ ਵੀ ਆਪਣੇ ਇੰਡੀਵਿਜੂਅਲ ਨੇ ਜਾਂ ਜਿੰਨੇ ਵੀ ਆਪਣੇ ਆਰਗੇਨਾਈਜੇਸ਼ਨ ਨੇ, ਇਹ ਕਿਉਂ ਟਰਸਟ ਕਰਦੇ ਆ ਆਇਲਸ 'ਚ? ਕਿਉਂਕਿ ਆਇਲਸ ਦੀ ਕ੍ਰੈਡੀਬਿਲਿਟੀ ਹੈ, ਇਹਦੀ ਇਹ ਫੇਅਰਨੈਸ ਹੈਗਾ, ਰਿਲਾਇਬਿਲਿਟੀ ਹੈ, ਤੇ ਇਹਦੀ ਹਾਈ ਕੁਆਲਿਟੀ ਸਟੈਂਡਰਡ ਹੈਗੇ ਨੇ, ਤੇ ਸਿਕਿਉਰਿਟੀ ਵੀ ਇੱਕ ਬਹੁਤ ਵੱਡਾ ਐਸਪੈਕਟ ਹੈਗਾ, ਤਾਂ ਹੀ ਇਹਨੂੰ 골ਡ ਸਟੈਂਡਰਡ ਟੈਸਟ ਕਿਹਾ ਜਾਂਦਾ ਹੈਗਾ ਜੀ। ਤੇ ਜਦੋਂ ਆਪਾਂ ਫੇਅਰਨੈਸ ਦੀ ਗੱਲ ਕਰਦੇ ਹਾਂ, ਕੋਈ ਵੀ ਸਾਡੇ ਕੋਲ ਟੈਸਟ ਟੇਕਰ ਆਵੇ, ਰਿਗਾਰਡਲੈਸ ਆਫ ਨੈਸ਼ਨੈਲਿਟੀ, ਕਲਚਰਲ ਬੈਕਗਰਾਉਂਡ, ਤੁਹਾਡੀ ਜੈਂਡਰ ਜਾਂ ਤੁਹਾਡੀ ਸਪੈਸ਼ਲ ਨੀਡ, ਇਹ ਸਭ ਦੇ ਵਾਸਤੇ ਆਇਲਸ ਹੈਗਾ। ਜਦੋਂ ਮੈਂ ਸਪੈਸ਼ਲ ਨੀਡ ਦੀ ਗੱਲ ਕੀਤੀ ਹੈਗੀ ਆ, ਸਪੈਸ਼ਲ ਨੀਡ ਦੇ ਬਾਰੇ ਅਸੀਂ ਕੁਝ ਮੈਂ ਤੁਹਾਨੂੰ ਕਹਿਣਾ ਚਾਹੂੰਗਾ। ਸਪੈਸ਼ਲ ਨੀਡ ਮਤਲਬ ਕੀ ਹੁੰਦਾ, ਕਈ ਬੱਚੇ ਹੁੰਦੇ ਨੇ ਉਹ ਬਲੈਸਡ ਹੁੰਦੇ ਨੇ, ਉਹ ਚੰਗੀ ਤਰ੍ਹਾਂ ਬੋਲ ਨਹੀਂ ਪਾਉਂਦੇ ਜੀ, ਜੇ ਜਾਂ ਕਹਿ ਲਓ ਕਿ ਤੁਸੀਂ ਬੋਲਣਾ ਨਹੀਂ ਉਹਨੂੰ ਆਉਂਦਾ, ਜਾਂ ਸਪੈਸ਼ਲ ਬੱਚੇ ਹੁੰਦੇ ਨੇ, ਕਈਆਂ ਨੂੰ ਲਿਖਣਾ 'ਚ ਵੀ ਪ੍ਰੋਬਲਮ ਆਉਂਦੀ ਹੈ, ਬੋਲਣ 'ਚ ਵੀ ਪ੍ਰੋਬਲਮ ਆਉਂਦੀ ਹੈ, ਬਟ ਉਹ ਦੇਖਣ 'ਚ ਪ੍ਰੋਬਲਮ ਆਉਂਦੀ ਹੈ, ਹੋ ਸਕਦੀ ਨੇ ਬਲਾਈਂਡ ਹੋਣ, ਹਾਂਜੀ, ਕਈਆਂ ਨੂੰ ਸੁਣਨ 'ਚ ਵੀ ਹੁੰਦੀ ਹੈ, ਸੁਣਨ 'ਚ ਵੀ ਹੁੰਦੀ ਹੈ। ਤਾਂ ਇਹਨਾਂ ਵਾਸਤੇ ਵੀ ਇਹ ਇਕੱਲਾ ਟੈਸਟ ਹੈਗਾ ਆਇਲਸ ਦਾ, ਜਿਹੜਾ ਇਹਨਾਂ ਬੱਚਿਆਂ ਵਾਸਤੇ ਵੀ ਟੈਸਟ ਮਟੀਰੀਅਲ ਮੰਗਵਾਉਂਦਾ ਹੈ। ਅਸੀਂ ਕੈਂਬਰਿਜ ਤੋਂ ਮੰਗਵਾਉਂਦੇ ਹਾਂ ਸਪੈਸ਼ਲ, ਜਿਵੇਂ ਇਨਲਾਰਜ ਪ੍ਰਿੰਟ ਹੋ ਗਿਆ, ਜਿਹਨਾਂ ਨੂੰ ਦਿਖਦਾ ਘੱਟ ਹੈ ਇਨਲਾਰਜ ਪ੍ਰਿੰਟ ਬਣਾ ਲੈਂਦੇ ਆ, ਜਿਹੜੇ ਸੁਣ ਨਹੀਂ ਸਕਦੇ ਉਹਨਾਂ ਨੂੰ ਲਿਪ ਰੀਡਿੰਗ ਵਰਜ਼ਨ ਬਣਾ ਲੈਂਦੇ ਆ ਜੀ, ਜਿਹੜੇ ਬਲਾਈਂਡ ਹੈਗੇ ਉਹਨਾਂ ਵਾਸਤੇ ਬ੍ਰੇਲ ਬੁੱਕ ਮੰਗਾ ਲੈਂਦੇ ਆ ਜੀ। ਤੇ ਇਹ ਬਹੁਤ ਜ਼ਰੂਰੀ ਹੈਗਾ। ਇੱਕ ਸਾਡੀ ਜਿਹੜੀ ਸਕਸੈਸ ਸਟੋਰੀ ਹੈਗੀ, ਜਿਹੜੀ ਸਾਨੂੰ ਬਹੁਤ ਚੰਗੀ ਲੱਗਦੀ ਹੈ, ਜਦੋਂ ਬੱਚੇ ਸ਼ੇਅਰ ਕਰਦੇ ਸਾਨੂੰ ਵੀ ਪ੍ਰਾਊਡ ਫੀਲ ਹੁੰਦਾ ਕਿ ਸਾਡੇ ਇੱਥੋਂ ਬੱਚਾ ਗਿਆ ਜਾ ਕੇ ਆਇਲਸ ਦਾ ਪੇਪਰ ਦੇ ਕੇ ਆਪਣੇ ਉਹਨੇ ਪਹਿਲਾਂ ਸਟੱਡੀ ਪੂਰੀ ਕੀਤੀ, ਫਿਰ ਉਸਨੇ ਆਪਣਾ ਵਰਕ ਕੀਤਾ, ਫਿਰ ਉਸਨੇ PR ਪਾ ਕੇ ਉੱਥੇ ਸੈਟਲਡ ਹੋ ਗਏ, ਉਹ ਇੰਨੇ ਸਕਸੈਸਫੁਲ ਹੋ ਗਏ, ਫਿਰ ਉਹਨਾਂ ਨੇ ਆਪਣੇ ਮਾਂ-ਬਾਪ ਨੂੰ ਬਣਾ ਲਿਆ। ਤਾਂ ਚਾਹੇ ਸਟੱਡੀ ਹੈ, ਚਾਹੇ ਵਰਕ ਹੈ, ਚਾਹੇ ਤੁਹਾਡਾ PR ਹੈ, ਹਰ ਵਾਸਤੇ ਆਇਲਸ ਹੈ। ਆਇਲਸ ਇਜ਼ ਵਨ ਟੈਸਟ ਫॉर ਆਲ ਡੈਸਟੀਨੇਸ਼ਨ। ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ, ਕਿਉਂਕਿ ਮੋਸਟਲੀ ਲੋਕੀ ਕੀ ਸਮਝਦੇ ਨੇ ਵੀ ਆਈਲੈਟਸ ਦੇ ਜਿਹੜੇ ਬੈਂਡ ਲੈਣੇ ਹੁੰਦੇ ਨੇ ਉਹ ਬਹੁਤ ਮੁਸ਼ਕਲ ਨੇ, ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਵੀ IDP ਆਈਲੈਟਸ ਦੇ ਲਈ ਕਿਵੇਂ ਉਹਨਾਂ ਨੇ ਐਨਰੋਲ ਕਰਨਾ ਹੈ, ਜਾਂ ਕਿੱਥੇ ਤੁਹਾਡੀ ਪਹੁੰਚ ਹੈਗੀ ਹੈ, ਕੀ ਤੁਹਾਡੇ ਫੁੱਟਪ੍ਰਿੰਟਸ ਹੈਗੇ ਨੇ। ਆਇਲਸ ਜਿਹੜਾ ਸਾਡੀ ਵੈਬਸਾਈਟ ਹੈਗੀ ਹੈ, ਕੋਈ ਵੀ ਜਾ ਕੇ ਉੱਥੇ ਟੈਸਟ ਬੁੱਕ ਕਰ ਸਕਦਾ ਹੈਗਾ। ਤੇ ਉਹ ਟੈਸਟ ਬੁੱਕ ਜਦੋਂ ਕਰਦੇ ਹੈਗੇ ਆ, ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗਾ, ਜਿਹੜੇ IDP ਜਾਂ ਆਇਲਸ ਹੈਗਾ, ਇਹ ਕਸਟਮਰ ਫਰਸਟ ਹੈਗਾ। ਵੀ ਆਰ ਵੈਰੀ ਪ੍ਰਾਊਡ ਟੂ ਸੇ ਕਿ ਕਸਟਮਰ ਫਰਸਟ ਹੈਗਾ। ਵਾਟ ਐਵਰ ਵਰਕਸ ਫॉर ਕਸਟਮਰ ਵਰਕਸ ਫॉर ਬਿਜ਼ਨਸ, ਸਾਡੀ ਇਹ ਸੋਚ ਹੈਗੀ ਆ। ਅਸੀਂ ਬੜੀ ਕਸਟਮਰ ਓਰੀਐਂਟਡ ਅਪਰੋਚ ਨਾਲ ਜਾਂਦੇ ਆ। ਤਾਂ ਕੋਈ ਵੀ ਸਾਡੇ ਟੈਸਟ ਜਿਹੜਾ ਹੈਗਾ ਨਾ, ਅਸੀਂ ਸਿਰਫ ਵੈਬਸਾਈਟ ਤੇ ਸੀਮਿਤ ਨਹੀਂ ਰੱਖਿਆ ਹੈਗਾ। ਅਸੀਂ ਕਿਹਾ ਹੈਗਾ, ਅਸੀਂ ਸਾਡੇ ਜਿੰਨੇ ਵੀ ਰੈਫਰਲ ਪਾਰਟਨਰ ਹੈਗੇ ਆ ਆਲ ਅਕ੍ਰੋਸ ਇੰਡੀਆ, ਤੁਸੀਂ ਉੱਥੇ ਜਾ ਕੇ ਵੀ ਐਗਜ਼ਾਮ ਬੁੱਕ ਕਰ ਸਕਦੇ ਹੋ। ਸਾਡੇ 70 ਤੋਂ ਪਲੱਸ ਆਫਿਸਿਸ ਹੈਗੇ ਨੇ IDP ਦੇ, ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ। ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਆਪਣਾ ਆਇਲਸ ਦਾ ਟੈਸਟ, ਤਦ 17, 18 ਜਾਂ 19, 20 ਪੇਪਰ ਬੇਸਡ ਟੈਸਟ ਸੈਂਟਰ ਸੀਗੇ। ਲੇਕਿਨ ਅੱਜ ਦੀ ਡੇਟ 'ਚ ਅਸੀਂ ਬਾਰ-ਬਾਰ ਜਦੋਂ ਸਟੂਡੈਂਟ ਕੋਲ ਜਾਂਦੇ ਆ, ਸਟੂਡੈਂਟ ਹਰ ਖੇਤਰ 'ਚ ਕਹਿੰਦਾ ਸਾਡੇ ਕੋਲ ਨਾ ਸੌਖ ਵਾਸਤੇ ਸਾਨੂੰ ਸਾਡੇ ਸ਼ਹਿਰ ਦੇ ਕੋਲ ਜਾਂ ਸਾਡੇ ਸ਼ਹਿਰ ਵਿੱਚ ਸੈਂਟਰ ਹੋਣਾ ਚਾਹੀਦਾ। ਤੇ ਅੱਜ ਦੀ ਡੇਟ 'ਚ ਅਸੀਂ ਹਿੰਦੁਸਤਾਨ ਵਿੱਚ 80 ਤੋਂ ਵੀ ਜ਼ਿਆਦਾ ਜਗ੍ਹਾ 'ਚ ਪੇਪਰ ਬੇਸਡ
एग्जाम करते हैं तो ਉਹਦੇ इलावा 47 स्टेट ऑफ द आर्ट साढ़े कंप्यूटर डिलीवर सेंटर्स भी हैगे ने। तो असी बच्चों को दो चीज़ां ऑफर कर रहे हैं, एक तो पेपर बेस, जिहड़े पेपर बेस कंफर्टेबल हैगे ने वो पेपर बेस टेस्ट दे सकते हैं, जिहड़े बच्चे कंप्यूटर च हैगे ने वो कंप्यूटर पेपर दे सकते हैं। ये जिहड़े कंप्यूटर का टेस्ट जिहड़े दिंदे ने इस रिजल्ट बहुत फास्ट आता है, बहुत ही कंफर्टेबल तरीके नाल छोटी गैदरिंग च बच्चे बैठ के डिफरेंट सेटिंग च पेपर देंगे तो 3 to 5 डेज उसका रिजल्ट आ जाता। जिहड़ा पेपर बेस हैगा उस 13 डेज लगते हैं, लेकिन असी सिर्फ ये कहांगे जिस च तुसीं कंफर्टेबल हैगे हो तुसीं वो करो। जे असी ग्लोबली गल करिए आइल्स का टेस्ट तुसीं 140 कंट्रीज दे सकते हो तो मोर दैन 1600 टेस्ट सेंटर या टेस्ट लोकेशन है जिससे तुसीं अपीयर कर सकते हो। जी इंद्रप्रीत जी, बड़ा कहना सौखा है मोर दैन 140 कंट्रीज ते इन्ना ते इंडिया विच 80 तो उत्ते तुहाडे सेंटर्स ने जिथे सिटीज़ दे विच तुसीं ये टेस्ट कंडक्ट कर रहे हो। एक बड़ी वड्डी जिम्मेवारी भी है, टेस्ट कहना सौखा बट एक बड़ी वड्डी जिम्मेवारी भी है। बच्चे दे इन्ने वड्डे पद्धर ते तुसीं एग्जाम लै रहे हो, उहदे लई तैयारी भी करनी है, उहदे फिर इवैल्यूएशन भी करनी है ते एक बहुत मेरे ख्याल इंटरनेशनल स्टैंडर्डाइज्ड तुहाडा एक सिस्टम भी बनया होएगा। मैं चाहांगा हुण समा जिहड़ा हैगा आपां जिवें तुसीं टैस्टीमोनीअल्स की गल कीती, बच्चों की गल कीती, असी जिहड़े बच्चे साडे कोल अज स्टूडियो दे विच आए ने ते जिन्हां ने पहले अटैम्प्ट दे विच ही आइल्ट्स दा जिहड़ा एग्जाम है वो क्लीयर किया, असी उन्हां बच्चों दे नाल भी गलबात करदे हां, उन्हां नूं तुहाडे रूबरू कराउंदे हां। साडे कोल स्टूडियो दे विच 3 स्टूडेंट आए हैं जिन्होंने IELTS का जोड़ा अंग्रेजी का यह टेस्ट है वो दिता है। आप उन्होंने नाल गलबात करांगे कि क्यों ये आइलेट्स का टेस्ट इन्होंने चुनिया, किवें प्रैपरेशन की ते आफ्टर जिवें उन्होंने पास आउट किया तो उन्होंने किहड़ियां ऑप्शनस जिहड़ियां हन वो अवेलेबल होईयां। साडे कोल आए हैं सरदारनी भवनीत कौर, सरदार अर्शदीप सिंह ते सरदारनी भवराज कौर। बेटा निघा स्वागत है चढ़दी कला टाइम टीवी के स्टूडियो तुसीं टाइम कढ़ के आए हो तो धन्यवाद भी बहुत बहुत। भवनीत तुहाडे तो नाल गलबात स्टार्ट करांगे कि तुसीं जिहड़ा आइलेट्स का टेस्ट है वो क्यों चूज किया। बेशक तुसीं एडमिशन लेते एक US की यूनिवर्सिटी दे विच, काफ़ी सारे जिवें टेस्ट हुंदे ने अपने अब्रॉडली जाण लई स्टडी करन लई ते एंड उन्हां विचों दी एक आइल्स है जो पूरे वर्ल्ड दे विच एक्सेप्ट किया जाता है। बहुत सारी यूनिवर्सिटीज़ ने जो सिर्फ आइल्स नूं ही एक्सेप्ट करदियां ने, भावें होर भी काफ़ी सारे टेस्ट हुंदे ने एंड तां करके सिर्फ मैं आइल्स ही चूज की है कि होर सारी यूनिवर्सिटीज़ ने एक्सेप्ट हुंदियां ने तां करके। चलो भवराज तुहाडे कोल आवांगा, तुसी कैनेडियन यूनिवर्सिटी दे विच दाखला लिता है ते किहड़ा मेजर तुसी लिता है कैनेडियन यूनिवर्सिटी च दाखला? बायोलॉजी मेजर लिता है। बायोलॉजी मेजर लिता है। एक बहुत घट बच्चे जिहड़े हुंदे ने जिहड़े बिजनेस एडमिनिस्ट्रेशन या IT तो अलावा लाइफ साइंसिस वाल या होर किधर जांदे ने ते आइलेट्स ही क्यों? सर मैं दसना चाहूँगी कि जब भी एक बच्चा 12th पास करता है तो मन करता है कि असी बाहर जाके पढ़ीए। हाँ जी। असी इन्ने क्लीयर नहीं होंगे कि असी किहड़ी कंट्री जाना है, असी किहड़ी यूनिवर्सिटी दे विच पढ़ना है। तो पेरेंट्स का सब तो पहला सवाल यही होंदा कि तू एक एग्जाम दे, उस तो बाद असी देखते हैं। तो IELTS एक ऐसा एग्जाम है जिहड़ा ऑल ओवर कंट्रीज सारा मतलब ऑलमोस्ट सारी कंट्रीज एक्सेप्ट कर दिया ने तो सारी यूनिवर्सिटीज़ भी एक्सेप्ट कर दिया ने, तो इस करके मैं चूज किया। नहीं आइलेट्स की प्रैपरेशन फिर किवें होई तुहाडी ते रिजल्ट किवें आया? भी तुहाडी स्कूलिंग इंग्लिश बेस्ड ऑब्वियसली रही होनी। मैं रायन इंटरनेशनल स्कूल तो पास आउट हाँ 2022 ਦੇ ਵਿੱਚ ਤੇ ਸਕੂਲ ਦੇ ਅੰਦਰ ਵੀ ਮੇਰੀ ਇੰਗਲਿਸ਼ ਕਾਫੀ ਅੱਛੀ ਸੀ, ਮੈਂ ਬੋਰਡਸ ਦੇ ਅੰਦਰ ਵੀ ਬਹੁਤ ਚੰਗੇ ਸਕੋਰ ਆਏ ਸੀ। ਤਾਂ ਮੈਂ ਆਪਣੀ ਆਇਲਸ ਦੀ ਪ੍ਰੈਪਰੇਸ਼ਨ ਇੱਕ ਇੰਸਟੀਚਿਊਟ ਤੋਂ ਕੀਤੀ। ਮੈਂ 1 ਮਹੀਨੇ ਤੱਕ ਆਪਣੀ ਪ੍ਰੈਪਰੇਸ਼ਨ ਕੀਤੀ ਤੇ ਮੈਨੂੰ ਉਸ ਤੋਂ ਬਾਅਦ ਲੱਗਿਆ ਕਿ ਹਾਂ ਹੁਣ ਮੈਂ ਰੈਡੀ ਹਾਂ, ਮੈਂ ਆਪਣਾ ਐਗਜ਼ਾਮ ਦੇ ਸਕਦੀ ਹਾਂ। ਤਾਂ ਮੈਂ ਆਪਣਾ ਐਗਜ਼ਾਮ ਬੁੱਕ ਕੀਤਾ ਤੇ ਮੈਂ ਉਹਨੂੰ ਬਹੁਤ ਚੰਗੇ ਨੰਬਰਾਂ ਨਾਲ ਕਲੀਅਰ ਕੀਤਾ। बहुत अच्छा जी। अर्शदीप सिंह जी, मैं तुहाडे कोल अखीर च तां आया कि अंग्रेजी दे टेस्ट तो अपने पंजाबी मुंडे बड़े डरदे हुंदे ने ते पर आइल्स जिहड़ा तुसीं पास आउट कीता वो भी फर्स्ट अटैम्प्ट दे विच ते तुसीं कैनेडा जा रहे हो, कैनेडा दे एक नामवर कॉलेज दे विच तुसीं दाखला भी लिता ते
ਤੁਹਾਨੂੰ ਕਿਵੇਂ ਲੱਗਾ ਵੀ ਹਾਂਜੀ ਆਇਲਸ ਮੇਰਾ ਇਹੀ ਟਾਰਗੇਟ ਹੈ, ਮੈਂ ਆਇਲਸ ਹੀ ਕਰਨਾ ਹੈ ਤੇ ਮੈਂ ਕਰਕੇ ਤੇ ਮੈਂ ਪਹਿਲੇ ਅਟੈਂਪਟ ਦੇ ਵਿੱਚ ਹੀ ਮੈਂ ਸਕੋਰ ਕਰ ਜਾਵਾਂਗਾ? ਸਰ ਇਹਦੇ ਕਾਫੀ ਸਾਰੇ ਰੀਜ਼ਨ ਹੈ ਸਰ। ਇੱਕ ਰੀਜ਼ਨ ਤਾਂ ਇਹੀ ਹੁੰਦਾ ਕਿ ਕੈਨੇਡਾ ਦੀ ਆਲਮੋਸਟ 99% ਜਿਹੜੀ ਯੂਨੀਵਰਸਿਟੀਜ਼ ਜਾਂ ਕਾਲਜਿਸ ਹੈ ਨਾ, ਉਹ ਆਇਲਸ ਦਾ ਐਗਜ਼ਾਮ ਹੀ ਮਤਲਬ ਲੈਂਦੀਆਂ ਜੀ। ਤਾਂ ਇੱਕ ਹੋਰ ਰੀਜ਼ਨ ਸੀਗਾ ਕਿ ਜਿਵੇਂ ਮੇਰੇ ਜਿੰਨੇ ਬ੍ਰਦਰ ਸਿਸਟਰ ਜਾਂ ਪਹਿਲਾਂ ਦੇ ਗਏ ਹੋਏ ਹੈ, ਉਹਨਾਂ ਸਭ ਨੇ ਨਾ ਆਇਲਸ ਦਾ ਐਗਜ਼ਾਮ ਦਿੱਤਾ ਸੀਗਾ। ਤੇ ਇੱਕ ਟਾਈਪ ਦਾ ਜਿਵੇਂ ਕੰਪੀਟੀਸ਼ਨ ਜਾਂ ਨਹੀਂ ਹੋ ਜਾਂਦਾ ਹੈਗਾ ਸਰ, ਕਿ ਮੈਂ ਆਪਣੇ ਬ੍ਰਦਰ ਸਿਸਟਰ ਤੋਂ ਜ਼ਿਆਦਾ ਬੈਂਡ ਲੈਣੇ ਆ, ਤਾਂ ਇਸ ਕਰਕੇ ਵੀ ਮੈਂ ਆਇਲਸ ਦਾ ਐਗਜ਼ਾਮ ਦਿੱਤਾ ਸੀਗਾ। ਅੱਛਾ, ਤੇ ਜਦੋਂ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਸੀ ਤੇ ਮੁੰਡੇ, ਜਿਵੇਂ ਮੈਂ ਪਹਿਲੇ ਗੱਲ ਕੀਤੀ ਵੀ ਪੰਜਾਬੀ ਮੁੰਡੇ ਘਬਰਾਉਂਦੇ ਨੇ ਥੋੜਾ ਜਿਹਾ ਅੰਗਰੇਜ਼ੀ ਤੋਂ, ਤੇ ਕੰਫਰਟੇਬਲ ਰਿਹਾ, ਈਜ਼ੀ ਰਿਹਾ, ਸਮਝਣ ਚ ਕਿਵੇਂ ਰਿਹਾ? ਸ਼ੁਰੂ ਚ ਸਰ ਥੋੜੀ ਜਿਹੀ ਡਿਫਿਕਲਟੀ ਹੋਈ ਸੀਗੀ ਜ਼ਰੂਰ, ਕਿਉਂਕਿ ਮੇਰੀ ਸਕੂਲਿੰਗ ਵਿੱਚ ਵੀ ਇੰਗਲਿਸ਼ ਐਵਰੇਜ ਸੀਗੀ, ਮਤਲਬ ਮੈਂ ਜ਼ਿਆਦਾ ਮਾਰਕਸ ਨਹੀਂ ਆਉਂਦੇ ਸੀਗੇ। ਪਰ ਮੈਂ ਇੱਕ ਜਿਵੇਂ ਇੰਸਟੀਚਿਊਟ ਜੁਆਇਨ ਕੀਤਾ ਸੀਗਾ, ਤਾਂ ਉੱਥੇ ਮੈਂ 2 ਮੰਥ ਦੀ ਪ੍ਰੀਪਰੇਸ਼ਨ ਕੀਤੀ ਸੀਗੀ। ਉਹਨਾਂ ਨੇ ਸਾਨੂੰ ਸਟੱਡੀ ਮਟੀਰੀਅਲ ਦਿੱਤਾ, ਮੈਂ ਉਹ ਇੰਸਟੀਚਿਊਟ ਤੇ ਵੀ ਕਰਦਾ ਸੀਗਾ, ਫਿਰ ਮੈਂ ਘਰ ਆ ਕੇ ਵੀ ਉਹਦੀ ਪ੍ਰੈਕਟਿਸ ਕਰਦਾ ਸੀਗਾ। ਤਾਂ ਫਿਰ ਮਤਲਬ 2 ਮੰਥਸ ਮੈਨੂੰ ਹੋ ਗਿਆ ਕਿ ਹਾਂ ਮੈਂ ਹੁਣ ਟੈਸਟ ਦੇਣ ਲਈ ਰੈਡੀ ਹਾਂ। ਰੈਡੀ ਹੋ, ਤੇ ਜਦੋਂ ਪਾਸ ਆਊਟ ਹੋ ਗਏ ਕਿਵੇਂ ਮਹਿਸੂਸ ਹੋਇਆ? ਪਾਸ ਆਊਟ ਹੋ ਕੇ ਸਰ ਬਹੁਤ ਵਧੀਆ ਲੱਗਿਆ। ਮੇਰੇ ਓਵਰਆਲ 7 ਬੈਂਡ ਆਏ, ਮੇਰੀ ਫੈਮਿਲੀ ਵੀ ਬਹੁਤ ਖੁਸ਼ ਸੀਗੀ ਮੇਰੇ ਬੈਂਡਸ ਤੋਂ। ਵਾਹ ਜੀ ਵਾਹ, ਵੀ ਤੂੰ ਤਾਂ ਸਿੱਧਾ ਹੁਣ ਇਮੀਗ੍ਰੇਸ਼ਨ ਲੈ ਲਈ। ਹਾਂਜੀ, 7 ਬੈਂਡਸ ਵਾਲੇ ਕਹਿੰਦੇ ਇਮੀਗ੍ਰੇਸ਼ਨ ਲੈ ਲਈ। ਭਵਰਾਜ, ਤੁਸੀਂ ਦੱਸੋ ਕਿ ਜਦੋਂ ਤੁਹਾਡਾ ਤਿਆਰੀ ਹੋਈ ਐਗਜ਼ਾਮ ਦੀ ਤੇ ਤੁਸੀਂ ਟੈਸਟਿੰਗ ਸੈਂਟਰ ਦੇ ਵਿੱਚ ਵੀ ਗਏ ਤੇ ਉੱਥੇ ਐਗਜ਼ਾਮ ਵੀ ਦਿੱਤਾ, ਤੁਹਾਡਾ ਉਹ ਐਕਸਪੀਰੀਅੰਸ ਕਿਵੇਂ ਰਿਹਾ? ਕੋਈ ਡਰਾਉਣ ਵਾਲਾ ਐਕਸਪੀਰੀਅੰਸ ਤਾਂ ਨਹੀਂ ਸੀ ਵੀ ਹਾਂਜੀ ਬੰਦਾ ਘਬਰਾਉਂਦਾ ਜ਼ਰੂਰ ਹੈ, ਪਤਾ ਨਹੀਂ ਮੇਰੀ ਜਿਹੜੀ ਤਿਆਰੀ ਹੈ ਉਹਦੇ ਅਕੋਰਡਿੰਗਲੀ ਮੈਂ ਟੈਸਟ ਕਰ ਪਾਵਾਂਗੀ ਕਿ ਨਾ ਕਰ ਪਾਵਾਂਗੀ? ਜਾਂ ਕਈ ਵਾਰ ਕੀ ਹੁੰਦਾ, ਹੀਅਰਿੰਗ ਏਡਸ ਜਿਹੜੇ ਮਿਲਦੇ ਨੇ, ਆਵਾਜ਼ ਕਲੀਅਰ ਨਹੀਂ ਆਉਂਦੀ, ਜਾਂ ਡਿਜੀਟਲੀ ਜੇ ਅਸੀਂ ਐਗਜ਼ਾਮ ਦੇ ਰਹੇ ਹਾਂ ਤੇ ਟਾਈਮ ਉਹਨਾਂ ਨਹੀਂ ਮਿਲਦਾ, ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਮੈਂ ਆਪਣਾ ਆਇਲਸ ਪੈਨ ਪੇਪਰ ਬੇਸ ਟੈਸਟ ਦਿੱਤਾ ਸੀ, ਤੇ ਜਦ ਮੈਨੂੰ ਲੱਗਿਆ ਸੀ ਕਿ ਮੇਰੀ ਤਿਆਰੀ ਹੋ ਚੁੱਕੀ ਹੈ, ਮਨ ਦੇ ਵਿੱਚ ਇੱਕ ਡਰ ਹੁੰਦਾ ਕਿ ਹਜੇ ਅਸੀਂ ਤਿਆਰੀ ਕਰ ਰਹੇ ਹਾਂ, ਬਟ ਜੇ ਐਗਜ਼ਾਮ ਦੇਣ ਦੇ ਵਕਤ ਕੋਈ ਵਰਡ ਨਾ ਸੁਣਿਆ ਲਿਸਨਿੰਗ ਦੇ ਅੰਦਰ, ਮੇਰਾ ਹੈਡਫੋਨ ਨਾ ਕੰਮ ਕਰਿਆ, ਫਿਰ ਕੀ ਕਰੂੰਗੀ ਜੇ ਮਾਰਕਸ ਨਾ ਆਏ, ਇਹ ਡਰ ਲੱਗਦਾ। ਬਟ ਜਦ ਮੈਂ ਆਪਣਾ ਐਗਜ਼ਾਮ ਉੱਥੇ ਭਰਿਆ, ਮੈਨੂੰ ਡੇਟ ਮਿਲੀ, ਉਹਦੇ ਅੰਦਰ ਸਾਰੀਆਂ ਇੰਸਟਰਕਸ਼ਨਸ ਲਿਖੀਆਂ ਆਉਂਦੀਆਂ ਨੇ ਕਿ ਤੁਸੀਂ ਕਿਵੇਂ ਕਿੰਨੇ ਟਾਈਮ ਪਹਿਲਾਂ ਆਪਣੇ ਟੈਸਟ ਸੈਂਟਰ ਪਹੁੰਚਣਾ ਹੈ। ਤਾਂ ਮੈਂ ਸੇਮ ਉਹੀ ਕੀਤਾ, ਮੈਂ ਆਪਣੇ ਟੈਸਟ ਸੈਂਟਰ ਥੋੜ੍ਹੇ ਟਾਈਮ ਪਹਿਲਾਂ ਪਹੁੰਚੀ, ਉੱਥੇ ਸਾਰਾ ਕੰਮ ਕੀਤਾ, ਡਾਕੂਮੈਂਟ ਸਬਮਿਟ ਕੀਤੇ, ਚੈਕਿੰਗ ਕਰਵਾਈ, ਤੇ ਸਾਰਾ ਸਟਾਫ ਬਹੁਤ ਹੀ ਪੇਸ਼ੈਂਟ ਸੀਗਾ ਮੇਰੇ ਨਾਲ, ਤੇ ਸਭ ਦੇ ਨਾਲ ਸੀਗਾ। ਤੇ ਅਸੀਂ ਉੱਥੇ ਬੈਠੇ, ਮਤਲਬ ਜਿਹੜਾ ਤੁਹਾਨੂੰ ਡਰ ਲੱਗਦਾ ਹੈ ਕਿ ਤੁਹਾਡਾ ਹੈਡਫੋਨ ਨਹੀਂ ਚੱਲੇਗਾ, ਉਹ ਪਹਿਲਾਂ ਥੋੜੀ ਚੈਕਿੰਗ ਕਰਵਾਉਂਦੇ ਨੇ ਕਿ ਕਿਸੇ ਦੇ ਹੈਡਫੋਨ ਦੀ ਜੋ ਪ੍ਰੋਬਲਮ ਹੈ ਉਹ ਚੇਂਜ ਹੋ ਜਾਂਦਾ ਹੈ। ਤਾਂ ਇਸ ਗੱਲ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਕਿ ਥੋੜਾ ਜਿਹਾ ਉੱਥੇ ਨਾ ਕੋਈ ਚੀਜ਼ ਚੱਲੀ, ਥੋੜਾ ਐਗਜ਼ਾਮ ਥੋੜਾ ਖਰਾਬ ਹੋ ਜਾਊਗਾ। ਤਾਂ ਇਸ ਮਤਲਬ ਐਕਸਪੀਰੀਅੰਸ ਮੇਰਾ ਓਵਰਆਲ ਬਹੁਤ ਵਧੀਆ ਰਿਹਾ ਸੀਗਾ, ਤੇ ਸਾਰਾ ਸਟਾਫ ਬਹੁਤ ਕੋਆਪਰੇਟਿਵ ਸੀਗਾ। ਭਵਨੀਤ, ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ? ਮੈਂ ਆਇਲਸ ਕਿਸੇ ਇੰਸਟੀਚਿਊਟ ਤੋਂ ਨਹੀਂ ਕੀਤੀ ਜੀ, ਮੈਂ ਘਰ ਬੈਠ ਕੇ ਹੀ ਤਿਆਰੀ ਕੀਤੀ ਸੀ। ਵਾਹ ਜੀ ਵਾਹ। ਐਂਡ ਆਇਲਸ ਦੀ ਵੈਬਸਾਈਟਸ ਤੇ ਮਟੀਰੀਅਲ ਅਵੇਲੇਬਲ ਹੈ, ਸੋ ਉੱਥੇ ਆਪਾਂ ਤਿਆਰੀ ਕਰ ਸਕਦੇ ਹਾਂ। ਮੌਕ ਟੈਸਟ ਵੀ ਹੁੰਦੇ ਨੇ ਉੱਥੇ ਡੇਲੀ ਬੇਸਿਸ ਤੇ, ਉਹਦੇ ਮੈਂ ਤਿਆਰੀ ਕੀਤੀ। ਐਂਡ ਮੈਂ CD ਆਇਲਸ ਦਿੱਤਾ ਸੀ, ਦੈਟ ਇਜ਼ ਕੰਪਿਊਟਰ ਬੇਸਡ ਆਇਲਸ। ਐਂਡ ਜਦੋਂ ਮੈਂ ਐਗਜ਼ਾਮ ਦੇਣ ਗਈ ਤਾਂ ਉੱਥੋਂ ਦਾ ਜੋ ਸਟਾਫ ਸੀ ਬਹੁਤ ਹੀ ਜ਼ਿਆਦਾ ਫਰੈਂਡਲੀ ਸੀ, ਐਂਡ ਬਹੁਤ ਹੀ ਕੋਆਪਰੇਟਿਵ ਸੀ। ਉਹਨਾਂ ਨੇ ਬਹੁਤ ਹੀ ਵਧੀਆ ਟਰੀਟ ਕੀਤਾ ਮੈਨੂੰ, ਐਂਡ ਮੇਰਾ ਐਕਸਪੀਰੀਅੰਸ ਬਹੁਤ ਹੀ ਅੱਛਾ ਰਿਹਾ ਉੱਥੇ ਦਾ। ਦੇਖੋ, ਸਾਡੇ ਕੋਲ ਬੱਚੇ ਆਏ ਨੇ, ਸਰਦਾਰਨੀ ਭਵਨੀਤ ਕੌਰ, ਸਰਦਾਰਨੀ ਭਵਰਾਜ ਕੌਰ ਤੇ ਸਰਦਾਰ ਅਰਸ਼ਦੀਪ ਸਿੰਘ। ਇਹਨਾਂ ਤੇ ਬੜਾ ਹੀ ਇੱਕ ਕਾਮਨ ਆਨਸਰ ਇਹ ਰਿਹਾ ਕਿ ਆਈਲੈਟਸ ਦੀ ਜਿਹੜੀ ਐਕਸੈਪਟੇਬਿਲਟੀ ਹੈ, ਭਾਵੇਂ ਸਰਦਾਰਨੀ ਭਵਨੀਤ ਕੌਰ USA ਦੇ ਕਾਲਜ ਦੇ ਵਿੱਚ ਦਾਖਲਾ ਲਿੱਤਾ ਤੇ ਭਾਵੇਂ ਭਵਰਾਜ ਕੌਰ ਨੇ ਕੈਨੇਡਾ ਦੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿੱਤਾ, ਤੇ ਇੱਕ ਕਾਮਨ ਜ਼ਰੂਰ ਰਿਹਾ ਕਿ ਇਹਦੀ ਐਕਸੈਪਟੇਬਿਲਟੀ ਜਿਹੜੀ ਆਈਲੈਟਸ ਦੀ ਹੈ ਸਾਰੀ ਦੁਨੀਆ ਦੇ ਵਿੱਚ ਹੈ, ਤੇ ਇਹਨਾਂ ਲਈ ਆਪਸ਼ਨਸ ਖੁੱਲ ਜਾਂਦੀਆਂ ਨੇ। ਇੱਕ ਆਈਲੈਟਸ ਦਾ ਜੇ ਟੈਸਟ ਦਿੰਦੇ ਕਿ ਕੱਲ ਨੂੰ ਇਹਨਾਂ ਨੂੰ ਜੇ ਪ੍ਰੋਬਲਮ ਆਉਂਦੀ ਵੀ ਹਾਂਜੀ ਇਸ ਦੇਸ਼ ਦੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਾ ਹੋ ਸਕਿਆ, ਸਾਡੇ ਕੋਲ ਆਈਲੈਟਸ ਹੈਗਾ, ਸਾਡੇ ਕੋਲ ਆਪਸ਼ਨਸ ਨੇ। ਅਸੀਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, UK ਦੇ ਜਾਂ ਹੋਰ ਕਿਸੇ ਦੇਸ਼ ਦੇ ਵਿੱਚ ਜਿੱਥੇ ਆਈਲੈਟਸ ਦੀ ਐਕਸੈਪਟੇਬਿਲਟੀ ਹੈ, ਸਾਡੇ ਕੋਲ ਦੁਬਾਰਾ ਟੈਸਟ ਦੇਣ ਦੀ ਅੰਗਰੇਜ਼ੀ ਦੀ ਲੋੜ ਨਹੀਂ ਪਏਗੀ, ਕਿਉਂਕਿ ਆਈਲੈਟਸ ਜਿਹੜਾ ਹੈ ਉਹ ਹਰ ਥਾਂ ਐਕਸੈਪਟ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਤਿੰਨਾਂ ਦਾ। ਤੇ ਆਓ ਗੱਲਬਾਤ ਕਰਦੇ ਹਾਂ ਸਰਦਾਰ ਇੰਦਰਪ੍ਰੀਤ ਸਿੰਘ ਜੀ ਨਾਲ, ਜਾਰੀ ਰੱਖਦੇ ਹਾਂ ਗੱਲਬਾਤ ਅੱਗੇ ਤੋਰਦੇ ਹਾਂ। ਜਿਵੇਂ ਨੌਜਵਾਨ ਬੱਚਿਆਂ ਦੇ ਅਸੀਂ ਹੁਣ ਖਿਆਲ ਸੁਣੇ, ਬੜੇ ਪੋਜ਼ਿਟਿਵਲੀ ਉਹਨਾਂ ਨੇ ਦੱਸਿਆ ਵੀ ਕਿਸ ਢੰਗ ਨਾਲ, ਕਿੰਨੀ ਮਿਹਨਤ ਨਾਲ, ਤੇ ਇੱਕ
ਕਰਿਕੂਲਮ ਬਣਾ ਕੇ ਜਾਂ ਇੱਕ ਸਿਸਟਮ ਦੇ ਨਾਲ ਉਹਨਾਂ ਨੇ ਤਿਆਰੀ ਕਰਕੇ ਤੇ ਇਹ ਆਇਲਟਸ ਦਾ ਐਗਜ਼ਾਮ ਦਿੱਤਾ ਤੇ ਪਹਿਲੇ ਅਟੈਂਪਟ ਦੇ ਵਿੱਚ ਹੀ ਕਲੀਅਰ ਕਰ ਗਏ। ਤੁਸੀਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਪ੍ਰੋਗਰਾਮ ਦਾ ਬਹੁਤ ਘਟ ਗਿਆ, ਤੇ ਪਰ ਮੈਂ ਚਾਹਾਂਗਾ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ, ਸਟੂਡੈਂਟਸ ਨੂੰ, ਉਹਨਾਂ ਐਸਪੀਰੈਂਟਸ ਨੂੰ ਜਿਹੜਾ ਭਾਰਤ ਤੋਂ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ, ਕੰਮ ਕਰਨਾ ਚਾਹੁੰਦੇ ਜਾਂ ਇਮੀਗ੍ਰੇਟ ਹੋਣਾ ਚਾਹੁੰਦੇ ਨੇ, ਆਪਣਾ ਸੁਨੇਹਾ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ, ਜ਼ਰੂਰ ਦਿਓ ਜੀ। ਜੀ ਮੈਂ ਸਿਰਫ ਇਹ ਕਹੂੰਗਾ, ਤੁਹਾਡੇ ਜੋ ਵੀ ਡ੍ਰੀਮਸ ਹੈਗੇ ਨੇ, ਚਾਹੇ ਤੁਹਾਡੇ ਸਟੱਡੀ ਅਬਰੋਡ ਦੇ ਨੇ, ਤੁਹਾਡੀ ਵਰਕ ਦੇ ਨੇ, ਜਾਂ ਤੁਸੀਂ ਜਾ ਕੇ ਬਾਹਰ ਮਾਈਗ੍ਰੇਟ ਕਰਕੇ ਉੱਥੇ ਸੈਟਲ ਹੋਣਾ ਹੈਗਾ, ਤੁਸੀਂ ਪਲੀਜ਼ ਚੂਜ਼ ਕਰੋ ਦ ਬੈਸਟ ਆਫ ਦ ਬੈਸਟ, ਤੇ ਆਇਲਸ ਨੰਬਰ 1 ਹੈਗਾ ਤੇ ਉਹ ਬੈਸਟ ਹੈਗਾ। ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੂੰਗਾ ਉਹ ਹੀ ਕਹਿਣਾ ਚਾਹੂੰਗਾ, ਤੁਸੀਂ ਸਭ ਨੇ ਸੁਣਿਆ ਹੋਣਾ ਦੇਰ ਆਰ 4 P's ਆਫ ਮਾਰਕੀਟਿੰਗ। ਤਾਂ ਜਦੋਂ ਮੈਂ ਬੱਚੇ ਨਾਲ ਇੰਟਰੈਕਸ਼ਨ ਕਰਦਾ ਹੈਗਾ, ਜਾ ਕੇ ਸੈਮੀਨਾਰ ਕਰਦਾ ਹੈਗਾ, ਤਾਂ ਐਜੇ ਹੀ ਕੁਝ ਮੈਂ ਆਪਣੇ P's ਬਣਾਏ ਨੇ ਜੋ ਸ਼ਾਇਦ ਬੱਚਿਆਂ ਦੀ ਹੈਲਪ ਕਰ ਸਕੇ। ਪਹਿਲੀ ਗੱਲ ਹੈਗੀ ਆ ਪਰਪਸ, ਪਹਿਲਾ P ਹੈਗਾ ਪਰਪਸ। ਤੁਹਾਡੀ ਲਾਈਫ 'ਚ ਜਿਹੜਾ ਡ੍ਰੀਮ ਹੈਗਾ ਉਹ ਪਰਪਸ ਜ਼ਰੂਰ ਹੋਣਾ ਚਾਹੀਦਾ। ਦੂਜਾ P ਜਿਹੜਾ ਹੈਗਾ ਪੋਜ਼ਿਟਿਵ, ਆਪਣਾ ਜਿਹੜਾ ਐਟੀਟਿਊਡ ਹੈ ਤੁਸੀਂ ਪੂਰਾ ਪੋਜ਼ਿਟਿਵ ਰੱਖਣਾ ਹੈਗਾ। ਜੇ ਪੋਜ਼ਿਟਿਵ ਐਟੀਟਿਊਡ ਹੋਏਗਾ ਤਾਂ ਓਬਵੀਅਸਲੀ ਪੋਸੀਬਲ ਹੋਏਗਾ, ਤੇ ਜੇ ਪੋਸੀਬਲ ਹੋਏਗਾ ਤਾਂ ਆਪਾਂ ਚੰਗੀ ਤਰ੍ਹਾਂ ਉਹਨੂੰ ਪ੍ਰੀਪੇਅਰ ਕਰਾਂਗੇ। ਇਹ ਚੌਥਾ P ਸੀਗਾ। ਜਦੋਂ ਆਪਾਂ ਪ੍ਰੀਪੇਅਰ ਕਰਦੇ ਹੈਗੇ ਆ ਤਾਂ ਆਪਾਂ ਪਰਫਾਰਮ ਕਰਦੇ ਆ। ਉਹ ਪਰਫਾਰਮੈਂਸ ਦੇ ਬੇਸ ਨਾਲ ਜਦੋਂ ਤੁਸੀਂ ਆਇਲਸ ਦਾ ਟੈਸਟ ਦੋਗੇ ਤੁਹਾਨੂੰ ਡਿਜ਼ਾਇਰਡ ਬੈਂਡ ਸਕੋਰ ਮਿਲ ਜਾਣਗੇ। ਤੇ ਜਿਹੜਾ ਲਾਸਟ P ਹੈਗਾ ਮੈਂ ਕਹਿਣਾ ਚਾਹੂੰਗਾ ਉਹ ਡਿਜ਼ਾਇਰਡ ਬੈਂਡ ਸਕੋਰ ਦਾ TRF ਲੈ ਕੇ ਪ੍ਰਾਊਡਲੀ ਤੁਸੀਂ ਜਿਹੜਾ ਬੈਜ ਆਫ ਆਨਰ ਹੈਗਾ ਉਹ ਲੈ ਕੇ ਤੁਸੀਂ ਆਪਣੀ ਲਾਈਫ 'ਚ ਪ੍ਰੋਗਰੈਸ ਕਰੋ। ਤੇ ਤੁਸੀਂ ਜਿੱਥੇ ਵੀ ਜਾਣਾ ਹੈਗਾ, ਫਿਰ ਮੈਂ ਕਹਿੰਦਾ ਸਟੱਡੀ ਅਬਰੋਡ, ਜਾਂ ਤੁਸੀਂ ਵਰਕ ਵਾਸਤੇ, ਜਾਂ ਤੁਸੀਂ ਇਮੀਗ੍ਰੇਟ ਕਰਨਾ ਚਾਹੁੰਦੇ ਹੋ ਇੰਗਲਿਸ਼ ਸਪੀਕਿੰਗ ਕੰਟਰੀਜ਼ 'ਚ ਜਿਵੇਂ ਕੈਨੇਡਾ, ਆਸਟ੍ਰੇਲੀਆ, ਦ US, ਦ UK, ਨਿਊਜ਼ੀਲੈਂਡ, ਯੂਰਪ ਐਟਸੈਟਰਾ, ਪਲੀਜ਼ ਧਿਆਨ ਨਾਲ ਆਪਣਾ ਤਿਆਰੀ ਕਰੋ, ਆਇਲਸ ਦਿਓ ਤੇ ਆਪਣੇ ਕਰੀਅਰ ਬਣਾਓ। ਬਹੁਤ ਬਹੁਤ ਧੰਨਵਾਦ ਸਰਦਾਰ ਇੰਦਰਪ੍ਰੀਤ ਸਿੰਘ ਜੀ, ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਦੇ ਵਿੱਚ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਆਉਣ ਲਈ, ਅਤੇ ਸਾਡੇ ਦਰਸ਼ਕਾਂ ਨੂੰ ਜਿਹੜੀਆਂ ਵਡਮੁੱਲੀ ਸਲਾਹ ਤੇ IDP ਆਈਲੈਟਸ ਬਾਰੇ ਜੋ ਜਾਣਕਾਰੀ ਤੁਸੀਂ ਦਿੱਤੀ ਹੈ ਜ਼ਰੂਰ ਉਹਨਾਂ ਦੇ ਬੜੀ ਕੰਮ ਆਵੇਗੀ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦਰਸ਼ਕ ਜਾਂ ਬੱਚੇ ਜਿਹੜੇ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਦੇਖਿਆ ਉਹ ਇਹਦਾ ਬਹੁਤ ਲਾਭ ਉਠਾਉਣਗੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।